Hello students. Today we discuss about streamline flow, laminar flow and turbulent flow. ठीक है। streamline flow ਕੀ ਹੁੰਦਾ ਜਦੋਂ ਆਪਾਂ ਮਤਲਬ ਜਿਹੜੀ ਹੈਗੀ ਟੈਪ ਹੁੰਦੀ ਹੈ ਉਹ ਬਿਲਕੁਲ ਘੱਟ ਚਲਾ ਰਹੇ ਹਾਂ, ਠੀਕ ਹੈ, ਉਸਨੂੰ ਮਤਲਬ ਘੱਟ ਚਲਾ ਰਹੇ ਹਾਂ, ਜਿਵੇਂ ਤੁੱਕਾ ਗਿਰ ਰਿਹਾ ਜਾਂ ਫਿਰ ਇੱਕ ਫਲੋ ਦੇ ਵਿੱਚ ਜਾ ਰਿਹਾ ਲਿਕੁਇਡ ਜਿਹੜਾ ਹੈਗਾ, ਤਾਂ ਉਸਨੂੰ ਸਟਰੀਮਲਾਈਨ ਫਲੋ ਕਿਹਾ ਜਾਂਦਾ। ਠੀਕ ਹੈ। ਸਟਰੀਮਲਾਈਨ ਫਲੋ ਦੇ ਬਾਰੇ ਮਤਲਬ ਆਪਾਂ ਡਿਸਕਸ ਕਰਾਂਗੇ। ਉਹਦੇ ਬਾਰੇ ਡਿਸਕਸ ਕਰਨ ਲਈ ਆਪਾਂ ਇਸ ਡਾਇਗਰਾਮ ਨੂੰ ਸਮਝਦੇ ਹਾਂ। ਠੀਕ ਹੈ। ਆਪਣੇ ਕੋਲ ਕੀ ਹੈ, ਇੱਕ ਲਿਕੁਇਡ ਦਾ ਫਲੋ ਆ, ਠੀਕ ਹੈ, ਮਤਲਬ ਕਿਹਦੇ ਵਿੱਚੋਂ ਜਾ ਰਿਹਾ, ਜਿਹੜਾ ਪਾਈਪ ਦੇ ਵਿੱਚੋਂ ਜਾ ਰਿਹਾ, ਲਿਕੁਇਡ ਦਾ ਫਲੋ ਜਾਂ ਟੈਪ ਦੇ ਵਿੱਚੋਂ ਆ ਰਿਹਾ। ਠੀਕ ਹੈ। ਇਹ ਇਸ ਤਰ੍ਹਾਂ ਫਲੋ ਹੋ ਰਿਹਾ। ਤਾਂ ਇਹਦੇ ਵਿੱਚ ਆਪਾਂ 3 ਪੁਆਇੰਟ ਮੰਨ ਲਾਂਗੇ, ਇੱਕ ਪੀ ਮੰਨ ਲਿਆ, ਇੱਕ ਕਿਊ ਮੰਨ ਲਿਆ, ਇੱਕ ਆਰ ਪੁਆਇੰਟ ਮੰਨ ਲਿਆ। ਠੀਕ ਹੈ। ਪੀ ਪੁਆਇੰਟ ਦੇ ਉੱਤੇ ਵੈਲੋਸਿਟੀ ਕਿੰਨੀ ਆ, V1 ਆ, ਕਿਊ ਦੇ ਉੱਤੇ V2 ਆ, ਆਰ ਦੇ ਉੱਤੇ ਕੀ ਆ, V3 ਵੈਲੋਸਿਟੀ ਆ। 3 ਵੈਲੋਸਿਟੀਜ਼ ਨੇ। ਠੀਕ ਹੈ। ਏ ਅਤੇ ਬੀ ਤੋਂ ਮਤਲਬ ਇਹ ਇੱਕ ਆਪਣਾ ਲਿਕੁਇਡ ਦਾ ਫਲੋ ਆ। ਤਾਂ ਇੱਥੋਂ ਆਪਣੇ ਕੋਲ ਮੋਲੀਕੂਲਸ ਆ ਰਹੇ ਨੇ। ਮੋਲੀਕੂਲਸ ਜਿਹੜੇ ਪਹਿਲਾਂ ਪੀ ਦੇ ਤੋਂ ਪਾਸ ਹੋਣਗੇ, ਬੀ ਪੁਆਇੰਟ 'ਚੋਂ ਪਾਸ ਹੋਣਗੇ। ਇੱਕ ਪੁਆਇੰਟ ਪਾਸ ਹੋ ਗਿਆ, ਇੱਕ ਮੋਲੀਕੂਲ ਪਾਸ ਹੋ ਗਿਆ, ਉਸ ਤੋਂ ਬਾਅਦ ਸੈਕਿੰਡ ਮੋਲੀਕੂਲ ਪਾਸ ਹੋ ਗਿਆ, ਥਰਡ ਮੋਲੀਕੂਲ ਪਾਸ ਹੋ ਗਿਆ। ਜਦੋਂ ਫਸਟ ਮੋਲੀਕੂਲ ਪਾਸ ਹੋਊਗਾ, ਜਿੰਨੀ ਉਹਦੀ ਵੈਲੋਸਿਟੀ ਹੋਊਗੀ V1 ਉਹਦੀ ਵੈਲੋਸਿਟੀ ਹੋਊ, ਤਾਂ ਦੂਸਰੇ ਜਿਹੜਾ ਮੋਲੀਕੂਲ ਹੋਊਗਾ ਉਹਦੀ ਵੀ ਉਨੀ ਵੈਲੋਸਿਟੀ ਹੋਊ, ਤੀਸਰੇ ਦੀ ਵੀ ਉਨੀ ਵੈਲੋਸਿਟੀ ਹੋਊ, ਫੋਰਥ ਦੀ ਵੀ ਇੰਨੀ ਵੈਲੋਸਿਟੀ ਹੋਊ। ਮਤਲਬ ਸਾਰਿਆਂ ਦੀ ਜਿਹੜੀ ਵੈਲੋਸਿਟੀ ਜਦੋਂ ਪੀ ਪੁਆਇੰਟ 'ਚੋਂ ਕ੍ਰੋਸ ਕਰਨਗੇ ਤਾਂ ਉਹ ਵੈਲੋਸਿਟੀ ਸੇਮ ਰਹੂਗੀ। ਠੀਕ ਹੈ। ਸਾਰੇ ਮੋਲੀਕੂਲਸ ਦੀ ਵੈਲੋਸਿਟੀ ਜਿਹੜੀ ਹੈ ਸੇਮ ਰਹੂਗੀ। ਅਤੇ ਉਹ ਜਿਹੜਾ ਇੱਕ ਮੋਲੀਕੂਲ ਜਿਹੜਾ ਪਾਥ ਫੋਲੋ ਕਰ ਲੂਗਾ, ਦੂਸਰੇ ਵੀ ਉਹੀ ਪਾਥ ਫੋਲੋ ਕਰਨਗੇ, ਮਤਲਬ ਪਾਥ ਵੀ ਸੇਮ ਰਹੂਗਾ। ਉਹ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰ ਸਕਣਗੇ। ਉਹੀ ਮਤਲਬ ਉਹਨਾਂ ਦੇ ਜਿਹੜਾ ਪਾਥ ਹੋਊਗਾ ਉਹ ਬਿਲਕੁਲ ਸੇਮ ਹੋਊਗਾ। ਕ੍ਰੋਸ ਕਿਵੇਂ ਕਰ ਸਕਦੇ ਨੇ, ਜਿਵੇਂ ਤੁਹਾਨੂੰ ਸਮਝਾਉਂਦੀ ਹਾਂ। ਠੀਕ ਆ। ਜਿਵੇਂ ਦੇਖੋ ਉਹ ਜਿਹੜੇ ਹੈਗੇ ਨੇ ਉਹ ਮੋਲੀਕੂਲ ਨੇ ਜਿਹੜੇ ਇਸ ਤਰ੍ਹਾਂ ਜਿਹੜੇ ਹੈਗੇ ਨੇ ਕ੍ਰੋਸ ਨਹੀਂ ਕਰਨਗੇ। ਇੱਕ ਮੋਲੀਕੂਲ ਜਿਹੜਾ ਪਾਥ ਫੋਲੋ ਕਰੂਗਾ, ਦੂਸਰਾ ਵੀ ਇਹੀ ਪਾਥ ਫੋਲੋ ਕਰੂਗਾ, ਅਤੇ ਵੈਲੋਸਿਟੀ ਇੱਕ ਦੀ ਹੋਊਗੀ ਜਿਹੜੀ ਉਹ ਦੂਸਰੇ ਦੀ ਵੀ ਹੋਊਗੀ। ਉਹ ਸੇਮ ਪਾਥ ਜਿਹੜਾ ਹੈਗਾ ਫੋਲੋ ਕਰਨਗੇ ਪੀ ਪੁਆਇੰਟ ਦੇ ਉੱਤੇ। ਇਸ ਤਰ੍ਹਾਂ ਉਹ ਕ੍ਰੋਸ ਨਹੀਂ ਕਰਨਗੇ। ਜੇ ਉਹ ਕ੍ਰੋਸ ਕਰ ਗਏ ਤਾਂ ਜਿਹੜਾ ਸਟਰੀਮਲਾਈਨ ਫਲੋ ਰਹਿੰਦਾ ਹੀ ਨਹੀਂ। ਸਟਰੀਮਲਾਈਨ ਫਲੋ ਹੁੰਦਾ ਜਿਹੜਾ ਇੱਕ ਹੀ ਮਤਲਬ ਡਾਇਰੈਕਸ਼ਨ ਦੇ ਵਿੱਚ ਚੱਲ ਰਿਹਾ। ਠੀਕ ਹੈ। ਇੱਕ ਹੀ ਸੇਮ ਪਾਥ ਫੋਲੋ ਕਰ ਰਹੇ ਨੇ ਮੋਲੀਕੂਲ, ਉਸਨੂੰ ਅਸੀਂ ਸਟਰੀਮਲਾਈਨ ਫਲੋ ਕਹਿ ਰਹੇ ਹਾਂ। ਜੇ ਉਹ ਕ੍ਰੋਸ ਕਰਨਗੇ ਤਾਂ ਕੀ ਹੋਊਗਾ, ਟਰਬੂਲੈਂਟ ਫਲੋ ਹੋ ਜਾਊਗਾ। ਠੀਕ ਹੈ। ਉਸ ਤੋਂ ਬਾਅਦ ਹੈਗਾ ਆਪਣੇ ਕੀ ਪੜ੍ਹਨਾ, ਸਟਰੀਮਲਾਈਨ ਫਲੋ। ਸਟਰੀਮਲਾਈਨ ਫਲੋ ਦੇ ਵਿੱਚ ਹੈਗਾ ਮੈਨੇ ਪੀ ਪੁਆਇੰਟ 'ਤੇ ਸਮਝਾ ਲਿਆ। ਉਸ ਤੋਂ ਬਾਅਦ ਉਹ ਕਿਊ ਪੁਆਇੰਟ 'ਤੇ ਆਉਣਗੇ ਸਾਰੇ ਮੋਲੀਕੂਲਸ। ਜਦੋਂ ਉਹ ਕਿਊ ਪੁਆਇੰਟ 'ਤੇ ਆਉਣਗੇ ਤਾਂ ਕੀ ਹੋਊਗਾ, ਤਾਂ ਇੱਥੋਂ ਜਿਹੜੇ ਮੋਲੀਕੂਲ ਪਾਸ ਹੋਣਗੇ ਉਹਨਾਂ ਦੀ ਵੈਲੋਸਿਟੀ ਵੀ ਜਿਹੜੀ ਹੈਗੀ ਆ ਸੇਮ ਹੋਊਗੀ। ਵੈਲੋਸਿਟੀ ਵੀ ਸੇਮ ਹੋਊ, ਪਾਥ ਵੀ ਸੇਮ ਹੋਊ। ਇਸ ਤਰ੍ਹਾਂ ਆਰ ਪੁਆਇੰਟ ਦੇ ਉੱਤੇ ਸਾਰੇ ਮੋਲੀਕੂਲਸ ਦੀ ਜਿਹੜੀ ਹੈਗੀ ਆ ਵੈਲੋਸਿਟੀ ਵੀ ਸੇਮ ਹੋਊ, ਅਤੇ ਵੈਲੋਸਿਟੀ ਵੀ ਸੇਮ ਹੋਊ, ਅਤੇ ਪਾਥ ਵੀ। ਮਤਲਬ ਜਿਹੜਾ ਇਹ ਮੋਲੀਕੂਲਸ ਇੱਕ ਮੋਲੀਕੂਲਸ ਨੇ ਜਿਹੜਾ ਪਾਥ ਫੋਲੋ ਕਰ ਲਿਆ, ਉਹ ਸਾਰੇ ਮੋਲੀਕੂਲਸ ਨੇ ਜਿਹੜੇ ਇਸ ਤਰ੍ਹਾਂ ਹੀ ਪਾਥ ਫੋਲੋ ਕਰਨਗੇ। ਮਤਲਬ ਸਾਰੇ ਲਿਕੁਇਡ ਦਾ ਜਿਹੜਾ ਪਾਥ ਹੋਊਗਾ, ਸਾਰੇ ਮੋਲੀਕੂਲਸ ਦਾ ਜਿਹੜਾ ਪਾਥ ਹੋਊਗਾ ਸੇਮ ਹੋਊਗਾ। ਵੈਲੋਸਿਟੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਸੇਮ ਹੋਊਗੀ। ਸਾਰੇ ਪੁਆਇੰਟਸ 'ਤੇ ਵੀ ਸੇਮ ਹੋ ਸਕਦੀ ਹੈ, ਬਟ ਪੀ ਪੁਆਇੰਟ ਦੇ ਉੱਤੇ ਜਿਹੜੇ ਮੋਲੀਕੂਲਸ ਹੋਣਗੇ ਸਾਰਿਆਂ ਦੀ ਵੈਲੋਸਿਟੀ ਸੇਮ ਹੋਊਗੀ। ਕਿਊ 'ਤੇ ਵੀ ਸਾਰਿਆਂ ਦੀ ਸੇਮ ਹੋਊਗੀ, ਆਰ 'ਤੇ ਵੀ ਸਾਰਿਆਂ ਦੀ ਸੇਮ ਹੋਊਗੀ। ਠੀਕ ਹੈ। ਕੰਸੀਡਰ ਏ ਲਿਕੁਇਡ ਫਲੋਇੰਗ ਥਰੂ ਏ ਟਿਊਬ ਏ ਬੀ। ਇੱਕ ਲਿਕੁਇਡ ਜਿਹੜਾ ਹੈਗਾ ਆਪਾਂ ਇਹਨੂੰ ਸਮਝਦੇ ਹਾਂ ਏ ਬੀ ਦੇ ਵਿੱਚੋਂ ਪਾਸ ਹੋ ਰਿਹਾ। ਉਹਨਾਂ ਦੀ ਵੈਲੋਸਿਟੀ ਕੀ ਆ, ਆਪਣੇ ਕੋਲ 3 ਪੁਆਇੰਟ ਨੇ ਪੀ ਕਿਊ ਆਰ, ਅਤੇ ਉਹਨਾਂ ਦੀ ਵੈਲੋਸਿਟੀ ਕੀ ਆ, V1 ਆ, V2 ਆ ਅਤੇ V3 ਆ। ਇਫ ਦਾ ਵੈਲੋਸਿਟੀ ਆਫ ਦਾ ਸਕਸੈਸਿਵ ਪਾਰਟੀਕਲ ਆਫ ਦਾ ਲਿਕੁਇਡ ਰਿਮੇਨ ਅਨਚੇਂਜਡ। ਜੇ ਇਹਨਾਂ ਲਿਕੁਇਡਸ ਦੇ ਜਿਹੜੇ ਹੈਗੇ ਨੇ, ਇਫ ਆਲ ਦਾ ਪਾਰਟੀਕਲ ਆਫ ਦਾ ਲਿਕੁਇਡ ਪਾਸ ਥਰੂ ਦਾ ਪੀ ਦੇ ਪੁਆਇੰਟ 'ਚੋਂ ਪਾਸ ਕਰ ਰਹੇ ਨੇ ਤਾਂ ਉਹਨਾਂ ਦੀ ਵੈਲੋਸਿਟੀ ਕੀ ਹੋਊਗੀ, V1। ਜੇ ਕਿਊ ਦੇ ਵਿੱਚੋਂ ਪਾਸ ਕਰ ਰਹੇ ਨੇ ਤਾਂ ਉਹਨਾਂ ਦੀ ਵੈਲੋਸਿਟੀ ਹੋਊ V2। ਆਰ ਦੇ ਵਿੱਚੋਂ ਪਾਸ ਕਰ ਰਹੇ ਨੇ ਤਾਂ ਵੈਲੋਸਿਟੀ ਹੋਊਗੀ V3। ਦਾ ਫਲੋ ਆਫ ਲਿਕੁਇਡ ਇਜ਼ ਸੈਡ ਟੂ ਬੀ ਆਰਡਰਲੀ, ਅਤੇ ਆਰਡਰਲੀ ਅਰੇਂਜਮੈਂਟ ਹੋਊਗੀ ਤਾਂ ਉਸਨੂੰ ਆਪਾਂ ਕਹਿੰਦੇ ਹਾਂ ਸਟਰੀਮਲਾਈਨ ਫਲੋ। ਠੀਕ ਹੈ। ਇਨ ਦਿਸ ਫਲੋ ਐਵਰੀ ਪਾਰਟੀਕਲ ਆਫ ਲਿਕੁਇਡ ਫੋਲੋ ਦਾ ਪਾਥ ਆਫ ਇਟਸ ਪ੍ਰਸੀਡਿੰਗ ਪਾਰਟੀਕਲ। ਜਿੰਨੇ ਵੀ ਮਤਲਬ ਜਿਹੜੇ ਲਿਕੁਇਡ ਇਹਦੇ ਵਿੱਚ ਦੇ ਮੋਲੀਕੂਲਸ ਨੇ, ਜਿਹੜੇ ਪਾਰਟੀਕਲਸ ਨੇ ਜਿਹੜੇ ਪਾਸ ਹੋਣਗੇ, ਜਿੰਨੇ ਵੀ ਪਾਰਟੀਕਲ ਜਿਹੜੇ ਪਾਸ ਹੋਣਗੇ ਪੁਆਇੰਟਸ ਦੇ ਵਿੱਚੋਂ, ਤਾਂ ਇਹ ਜਿਹੜਾ ਇਹ ਸਟਰੀਮਲਾਈਨ ਫਲੋ ਹੋਊਗਾ ਉਹਦੇ ਵਿੱਚ ਜਿਹੜੇ ਨੇ ਇੱਕ ਮੋਲੀਕੂਲ ਦੂਸਰੇ ਮੋਲੀਕੂਲ ਦੇ ਜਿਹੜੇ ਹੈਗਾ ਪਿੱਛੇ ਹੀ ਜਾਊਗਾ, ਸੇਮ ਪਾਥ ਫੋਲੋ ਕਰੂਗਾ, ਅਤੇ ਵੈਲੋਸਿਟੀ ਵੀ ਹਰੇਕ ਪੁਆਇੰਟ ਦੇ ਉੱਤੇ ਸੇਮ ਹੀ ਹੋਊਗੀ। ਬਟ ਦਾ ਵੈਲੋਸਿਟੀ ਆਫ ਦਾ ਪਾਰਟੀਕਲ ਐਟ ਡਿਫਰੈਂਟ ਪੁਆਇੰਟ ਇਨ ਦੇਅਰ ਪਾਥ ਮੇ ਨੋਟ ਨੈਸੈਸਰਲੀ ਵੀ ਸੇਮ। ਇਹ ਵੀ ਹੋ ਸਕਦਾ ਵੀ ਇਹ ਤਾਂ ਪੱਕਾ ਹੀ ਆ ਵੀ ਜਦੋਂ ਪੀ ਦੇ ਵਿੱਚੋਂ ਪਾਸ ਕਰਨਗੇ ਤਾਂ ਸਾਰੇ ਮੋਲੀਕੂਲਸ ਦੀ ਵੈਲੋਸਿਟੀ V1 ਹੀ ਹੋਊਗੀ, ਅਤੇ ਪਾਥ ਵੀ ਜਿਹੜਾ ਹੈਗਾ ਉਹ ਸੇਮ ਫੋਲੋ ਕਰਨਗੇ। ਬਟ ਇਹ ਹੋ ਸਕਦਾ ਵੀ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਵੈਲੋਸਿਟੀ ਵੇਰੀ ਕਰ ਸਕਦੀ ਹੈ, ਬਟ ਇੱਕ ਪੁਆਇੰਟ 'ਤੇ ਜਿਹੜੀ ਹੈਗੀ ਆ ਵੈਲੋਸਿਟੀ ਸੇਮ ਰਹੂਗੀ। ਇਹ ਕੀ ਹੁੰਦਾ, ਆਪਣਾ ਸਟਰੀਮਲਾਈਨ ਫਲੋ ਹੁੰਦਾ।
ठीक है। स्टीम लाइन फ्लो ऑफ ए लिक्विड इज़ दैट फ्लो इन विच एवरी पार्टिकल ऑफ द लिक्विड फॉलो ਐਗਜ਼ੈਕਟਲੀ ਦਾ ਪਾਥ ਆਫ ਇਟਸ ਪ੍ਰਸੀਡਿੰਗ ਪਾਰਟੀਕਲ। ਇਹ ਸਟੀਮ ਲਾਈਨ ਫਲੋ ਹੁੰਦਾ ਜਿਹਦੇ ਵਿੱਚ ਹਰੇਕ ਪਾਰਟੀਕਲ ਜਿਹੜਾ ਹੁੰਦਾ ਫੋਲੋ ਕਰਦਾ ਪਾਥ, ਜਿਵੇਂ ਜਿਹੜੇ ਇਸ 'ਤੇ ਦੂਸਰੇ ਪਾਰਟੀਕਲ ਫੋਲੋ ਕਰਦੇ ਨੇ, ਅਤੇ ਉਹਨਾਂ ਦੀ ਵੈਲੋਸਿਟੀ ਆ ਜਿਹੜੀ ਮੈਗਨੀਟਿਊਡ ਦੇ ਵਿੱਚ ਸੇਮ ਹੁੰਦੀ ਆ, ਡਾਇਰੈਕਸ਼ਨ ਵੀ ਸੇਮ ਹੁੰਦੀ ਆ ਦੂਸਰੇ ਪਾਰਟੀਕਲਸ ਦੀ ਤਰ੍ਹਾਂ, ਅਤੇ ਇੱਕ ਦੂਜੇ ਨੂੰ ਉਹ ਨੂੰ ਉਹ ਐਵੇਂ ਕ੍ਰੋਸ ਨਹੀਂ ਕਰਦੇ ਹੈਗੇ। ਠੀਕ ਹੈ। ਉਸ ਤੋਂ ਬਾਅਦ ਹੈਗਾ ਦ ਸਟੀਮ ਲਾਈਨ ਫਲੋ ਇਜ਼ ਅਕੰਪਨੀਡ ਬਾਈ ਸਟੀਮ ਲਾਈਨਸ ਦੀ ਤਰ੍ਹਾਂ ਹੁੰਦਾ। ਸਟੀਮ ਲਾਈਨ ਇਜ਼ ਏ ਐਕਚੁਅਲ ਪਾਥ ਫੋਲੋਡ ਬਾਈ ਦਾ ਪ੍ਰੋਸੈਸ਼ਨ ਆਫ ਪਾਰਟੀਕਲ ਇਨ ਏ ਸਟੱਡੀ ਫਲੋ ਵਿਚ ਮੇ ਬੀ ਸਟੇਟ ਔਰ ਕਵਰਡ। ਮਤਲਬ ਸਟੀਮ ਲਾਈਨ ਫਲੋ ਹੁੰਦਾ ਜਿਹੜਾ ਕੀ ਹੁੰਦਾ, ਇਹ ਸਟੇਟ ਲਾਈਨ ਵੀ ਹੋ ਸਕਦਾ, ਕਵਰਡ ਵੀ ਹੋ ਸਕਦਾ। ਠੀਕ ਹੈ। ਕਿਸੇ ਤਰ੍ਹਾਂ ਦਾ ਫਲੋ ਵੀ ਹੋ ਸਕਦਾ। ਉਸ ਤੋਂ ਬਾਅਦ ਹੈਗਾ ਇੰਪੋਰਟੈਂਟ ਪ੍ਰੋਪਰਟੀਜ਼ ਆਫ ਸਟੀਮ ਲਾਈਨ। ਇੰਪੋਰਟੈਂਟ ਪ੍ਰੋਪਰਟੀ ਦੇ ਵਿੱਚ ਕੀ ਹੁੰਦਾ, ਇਨ ਏ ਸਟੀਮ ਲਾਈਨ ਫਲੋ ਨੋ ਟੂ ਸਟੀਮ ਲਾਈਨਸ ਕੈਨ ਕ੍ਰੋਸ ਈਚ ਅਦਰ। ਕੋਈ ਵੀ ਦੋ ਸਟੀਮ ਲਾਈਨਸ ਨੇ ਜਿਹੜੀਆਂ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰਨੀਆਂ। ਜੇ ਇਹ ਕ੍ਰੋਸ ਕਰਨੀਆਂ ਤਾਂ ਕ੍ਰੋਸ ਕਰ ਗਈਆਂ ਤਾਂ ਜਿਹੜਾ ਉਹਨਾਂ ਦਾ ਸਟੈਡੀ ਨੇਚਰ ਆ ਉਹ ਕੀ ਹੋ ਜਾਊਗਾ, ਡਿਸਟਰੋਏ ਹੋ ਜਾਊਗਾ। ਠੀਕ ਹੈ। ਗ੍ਰੇਟਰ ਇਜ਼ ਦਾ ਕਰਾਊਡਿੰਗ ਆਫ ਦਾ ਸਟੀਮ ਲਾਈਨਸ ਐਟ ਏ ਪਲੇਸ, ਗ੍ਰੇਟਰ ਇਜ਼ ਦਾ ਵੈਲੋਸਿਟੀ ਆਫ ਦਾ ਲਿਕੁਇਡ ਪਾਰਟੀਕਲ ਐਟ ਦੇ ਪਲੇਸ। ਜਿੰਨੀ ਜ਼ਿਆਦਾ ਕਰਾਊਡਿੰਗ ਹੋਊਗੀ ਸਟੀਮ ਲਾਈਨਸ ਦੀ ਕਿਸੇ ਪੁਆਇੰਟ ਦੇ ਉੱਤੇ, ਉਨੀ ਹੀ ਉਹਦੀ ਉਸ ਪੁਆਇੰਟ ਦੇ ਉੱਤੇ ਕੀ ਹੋਊਗੀ, ਵੈਲੋਸਿਟੀ ਹੋਊਗੀ। ਟਿਊਬ ਆਫ ਫਲੋ ਕੀ ਹੁੰਦੀ ਹੈ, ਜਦੋਂ ਟਿਊਬ ਆਫ ਫਲੋ ਕੀ ਹੁੰਦਾ, ਬੰਡਲ ਆਫ ਸਟੀਮ ਲਾਈਨਸ ਹੁੰਦੀਆਂ ਨੇ ਜਿਨ੍ਹਾਂ ਦੀ ਵੈਲੋਸਿਟੀ ਕੀ ਹੁੰਦੀ ਹੈ, ਸੇਮ ਹੁੰਦੀ ਆ, ਅਤੇ ਓਵਰ ਕਿਸੇ ਕ੍ਰੋਸ ਸੈਕਸ਼ਨਲ ਏਰੀਏ ਦੇ ਉੱਤੇ। ਠੀਕ ਹੈ। ਪਰਪੈਂਡੀਕੂਲਰ ਟੂ ਦਾ ਡਾਇਰੈਕਸ਼ਨ ਆਫ ਫਲੋ ਆਫ ਲਿਕੁਇਡ। ਉਸ ਤੋਂ ਬਾਅਦ ਆਪਣੇ ਸਟੀਮ ਲਾਈਨ ਫਲੋ ਸਮਝ ਲਿਆ ਨਾ ਵੀ ਇਹਨਾਂ ਦੀ ਜਿਹੜੀ ਹੈਗੇ ਜਿਹੜੇ ਪਾਰਟੀਕਲਸ ਜਿਹੜੇ ਇਹਦੇ ਪਾਰਟੀਕਲਸ ਹੋਣਗੇ ਉਹਨਾਂ ਦਾ ਕਿਸੇ ਖਾਸ ਪੁਆਇੰਟ ਦੇ ਉੱਤੇ ਜਿਹੜੀ ਹੈਗੀ ਵੈਲੋਸਿਟੀ ਵੀ ਸੇਮ ਹੋਊਗੀ, ਅਤੇ ਇਹ ਸੇਮ ਪਾਥ ਫੋਲੋ ਕਰਨਗੇ ਇਸ ਨੂੰ, ਅਤੇ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰਨਗੇ। ਇਹਨਾਂ ਵਿੱਚ ਆਪਣੇ ਸੇਮ ਇਹ ਲਾਈਨ ਪੜ੍ਹਨੀ ਆ। ਉਸ ਤੋਂ ਬਾਅਦ ਲੈਮੀਨਰ ਫਲੋ। ਲੈਮੀਨਰ ਫਲੋ ਮਤਲਬ ਜਿਹੜੇ ਫਲੋ ਨੇ ਤਿੰਨ ਤਰ੍ਹਾਂ ਦੇ ਨੇ, ਇੱਕ ਹੈਗਾ ਸਟੈਡੀ ਫਲੋ ਜਾਂ ਸਟੀਮ ਲਾਈਨ ਫਲੋ, ਉਸ ਤੋਂ ਬਾਅਦ ਹੈਗਾ ਲੈਮੀਨਰ ਫਲੋ, ਉਸ ਤੋਂ ਬਾਅਦ ਹੈਗਾ ਟਰਬੂਲੈਂਟ ਫਲੋ। ਲੈਮੀਨਰ ਫਲੋ ਦੇ ਵਿੱਚ ਕੀ ਹੁੰਦਾ, ਲੈਮੀਨਰ ਫਲੋ ਦੇ ਵਿੱਚ ਹੁੰਦਾ ਵੀ ਆਪਣੇ ਕੋਲ ਕੋਈ ਵੀ ਫਲੋ ਆ ਜਿਹੜਾ ਲੈਮੀਨਰ ਫਲੋ ਜਿਹੜਾ ਹੁੰਦਾ ਸਟੀਮ ਲਾਈਨ ਫਲੋ ਦੀ ਤਰ੍ਹਾਂ ਹੀ ਹੁੰਦਾ, ਸੇਮ ਹੁੰਦਾ, ਬਟ ਇਹਦੇ ਵਿੱਚ ਆਪਣੇ ਕੋਲ ਕੀ ਬਣ ਜਾਂਦੀਆਂ ਨੇ, ਲੇਅਰਸ ਬਣ ਜਾਂਦੀਆਂ ਨੇ। ਇਫ ਏ ਲਿਕੁਇਡ ਇਜ਼ ਫਲੋਇੰਗ ਓਵਰ ਇਜ਼ ਹੋਰੀਜੋਨਟਲ ਸਰਫੇਸ ਵਿਦ ਏ ਸਟੈਡੀ ਫਲੋ। ਸਟੈਡੀ ਫਲੋ ਜਿਹੜਾ ਸਟੀਮ ਲਾਈਨ ਫਲੋ ਹੁੰਦਾ ਉਹੀ ਹੁੰਦਾ, ਇਹ ਲੈਮੀਨਰ ਫਲੋ ਵੀ ਥੋੜ੍ਹਾ ਜਿਹਾ ਫਰਕ ਹੁੰਦਾ। ਮੂਵਸ ਇਨ ਦਾ ਫੋਰਮ ਆਫ ਲੇਅਰ, ਜਦੋਂ ਇਹ ਲੇਅਰਸ ਦੀ ਫੋਰਮ ਦੇ ਵਿੱਚ ਮੂਵ ਕਰਦਾ ਆਫ ਡਿਫਰੈਂਟ ਵੈਲੋਸਿਟੀ। ਇਹ ਲੇਅਰਸ ਦੀ ਵੈਲੋਸਿਟੀ ਕੀ ਆ, ਡਿਫਰੈਂਟ ਆ, ਵਿਚ ਡੂ ਨਾਟ ਮਿਕਸ ਵਿਦ ਈਚ ਅਦਰ, ਬਟ ਇਹ ਲੇਅਰਸ ਨੇ ਜਿਹੜੀਆਂ ਆਪਸ ਦੇ ਵਿੱਚ ਮਿਕਸ ਨਹੀਂ ਕਰ ਰਹੀਆਂ, ਅਤੇ ਇਹਨੂੰ ਉਸ ਫਲੋ ਨੂੰ ਅਸੀਂ ਕਹਾਂਗੇ ਲੈਮੀਨਰ ਫਲੋ। ਥਸ ਏ ਫਲੋ ਇਨ ਵਿਚ ਲਿਕੁਇਡ ਮੂਵਸ ਇਨ ਏ ਲੇਅਰ ਇਜ਼ ਕਾਲਡ ਏ ਲੈਮੀਨਰ ਫਲੋ। ਜਦੋਂ ਲਿਕੁਇਡ ਲੇਅਰ ਦੇ ਵਿੱਚ ਮੂਵ ਕਰਦਾ ਤਾਂ ਉਸਨੂੰ ਅਸੀਂ ਕਹਿੰਦੇ ਹਾਂ ਲੈਮੀਨਰ ਫਲੋ। ਇਸ ਤਰ੍ਹਾਂ ਲੇਅਰ ਦੇ ਵਿੱਚ ਮੂਵ ਕਰਦਾ, ਅਤੇ ਇਹਨਾਂ ਦੀ ਜਿਹੜੀ ਵੈਲੋਸਿਟੀ ਆ ਉਹ ਡਿਫਰੈਂਟ ਹੁੰਦੀ ਹੈ, ਇਹ ਆਪਸ ਦੇ ਵਿੱਚ ਕੀ ਹੁੰਦੀਆਂ ਨੇ, ਮਿਕਸ ਨਹੀਂ ਹੁੰਦੀਆਂ, ਇਸ ਨੂੰ ਅਸੀਂ ਲੈਮੀਨਰ ਫਲੋ ਹੋ ਜਾਂਦੇ ਹਾਂ। ਆਪਾਂ ਦੋ ਫਲੋ ਪੜ੍ਹ ਚੁੱਕੇ ਹਾਂ। ਹੁਣ ਆਪਣੇ ਕੋਲ ਲਾਸਟ ਫਲੋ ਹੈਗਾ ਟਰਬੂਲੈਂਟ ਫਲੋ। ਟਰਬੂਲੈਂਟ ਫਲੋ ਕੀ ਹੁੰਦਾ, ਵੈਨ ਏ ਲਿਕੁਇਡ ਮੂਵਸ ਵਿਦ ਏ ਵੈਲੋਸਿਟੀ ਗ੍ਰੇਟਰ ਦੈਨ ਇਟਸ ਕ੍ਰਿਟੀਕਲ ਵੈਲੋਸਿਟੀ। ਜਦੋਂ ਆਪਣੇ ਕੋਲ ਫਲੋ ਹੁੰਦਾ ਮਤਲਬ ਸਟੀਮ ਲਾਈਨ ਫਲੋ ਹੁੰਦਾ, ਉਹਦੇ ਵਿੱਚ ਜਿਹੜੀ ਵੈਲੋਸਿਟੀ ਹੁੰਦੀ ਆ ਕ੍ਰਿਟੀਕਲ ਵੈਲੋਸਿਟੀ ਤੋਂ ਘੱਟ ਹੁੰਦੀ ਆ। ਕ੍ਰਿਟੀਕਲ ਵੈਲੋਸਿਟੀ ਕੀ ਹੁੰਦੀ ਹੈ, ਜਿੱਥੇ ਤੱਕ ਕੋਈ ਲਿਕੁਇਡ ਜਿਹੜਾ ਹੈਗਾ ਉਹ ਸਟੀਮ ਲਾਈਨ ਜਿਹੜਾ ਹੈਗਾ ਬਣਿਆ ਰਹਿੰਦਾ। ਮਤਲਬ ਆਪਾਂ ਸਮਝਦੇ ਹਾਂ ਜਿਵੇਂ ਹੁਣ ਇੱਥੋਂ ਲੈ ਕੇ ਇੱਥੇ ਤੱਕ, ਇੱਥੇ ਵੈਲੋਸਿਟੀ ਜਿਹੜੀ ਹੈਗੀ ਇੱਥੋਂ ਲਿਕੁਇਡ ਫਲੋ ਕਰਨਾ ਸ਼ੁਰੂ ਹੋ ਰਿਹਾ, ਤਾਂ ਇੱਥੇ ਤੱਕ ਕੀ ਆ, ਇਹ ਕੀ ਆ, ਕ੍ਰਿਟੀਕਲ ਵੈਲੋਸਿਟੀ ਆ। ਮਤਲਬ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ ਹੈਗਾ ਲਿਕੁਇਡ ਕੀ ਹੋਊਗਾ, ਉਹ ਸਟੀਮ ਲਾਈਨ ਜਿਹੜਾ ਹੈਗਾ ਫਲੋ ਹੋਊਗਾ ਉਹਦਾ। ਜੋ ਕ੍ਰਿਟੀਕਲ ਵੈਲੋਸਿਟੀ ਜਿਹੜੀ ਹੈਗੀ ਆ ਪਾਰ ਕਰ ਗਈ, ਇੱਥੇ ਤੱਕ ਆਪਣੇ ਵੈਲੋਸਿਟੀ ਇਨਕਰੀਜ਼ ਕਰਤੀ, ਅਤੇ ਇੱਥੇ ਤੱਕ ਜਿਹੜਾ ਹੈਗਾ ਤਾਂ ਫਲੋ ਸਟੀਮ ਲਾਈਨ ਜਿਹੜਾ ਹੈਗਾ ਫਲੋ ਬਣਿਆ ਰਹੂਗਾ। ਜਦੋਂ ਉਹ ਕ੍ਰਿਟੀਕਲ ਵੈਲੋਸਿਟੀ ਨੂੰ ਆਪਾਂ ਪਾਰ ਕਰ ਜਾਵਾਂਗੇ, ਇਹ ਤੋਂ ਜ਼ਿਆਦਾ ਹੋ ਜੂ ਵੈਲੋਸਿਟੀ, ਤਾਂ ਉਹ ਫਲੋ ਕੀ ਬਣ ਜੂਗਾ, ਟਰਬੂਲੈਂਟ ਫਲੋ ਬਣ ਜੂਗਾ। ਠੀਕ ਹੈ। ਜਦੋਂ ਕ੍ਰਿਟੀਕਲ ਵੈਲੋਸਿਟੀ ਤੋਂ ਵੈਲਿਊ ਘੱਟ ਹੁੰਦੀ ਆ ਉਹ ਕੀ ਹੁੰਦਾ, ਸਟੀਮ ਲਾਈਨ ਫਲੋ, ਬਟ ਜਦੋਂ ਵੈਲੋਸਿਟੀ ਕ੍ਰਿਟੀਕਲ ਵੈਲੋਸਿਟੀ ਤੋਂ ਜ਼ਿਆਦਾ ਹੋ ਜਾਂਦੀ ਹੈ ਉਹ ਕੀ ਬਣਦਾ, ਟਰਬੂਲੈਂਟ ਫਲੋ ਬਣ ਜਾਂਦਾ। ਦਾ ਮੋਸ਼ਨ ਆਫ ਦਾ ਪਾਰਟੀਕਲ ਆਫ ਲਿਕੁਇਡ ਬਿਕਮ ਡਿਸਆਰਡਰਲੀ। ਇਹ ਇਰਰੈਗੂਲਰ ਅਤੇ ਡਿਸਆਰਡਰਲੀ ਜਿਹੜੀ ਹੈਗੀ ਆ ਡਿਸਆਰਡਰ ਦੇ ਵਿੱਚ ਆ ਜਾਂਦੇ ਨੇ। ਜਿਹੜੇ ਆਪਾਂ ਸਟੀਮ ਲਾਈਨ ਫਲੋ ਕਰਦੇ ਹਾਂ ਉਹਦੇ ਵਿੱਚ ਜਿਹੜੇ ਪਾਰਟੀਕਲ ਨੇ ਉਹ ਆਰਡਰ ਦੇ ਵਿੱਚ ਹੁੰਦੇ ਨੇ, ਇਸ ਵਿੱਚ ਆਰਡਰ ਦੇ ਵਿੱਚ ਨਹੀਂ ਹੁੰਦੀ। ਇਸ ਫਲੋ ਨੂੰ ਅਸੀਂ ਟਰਬੂਲੈਂਟ ਫਲੋ ਕਹਿੰਦੇ ਹਾਂ। ਠੀਕ ਹੈ। ਇਹ ਟਰਬੂਲੈਂਟ ਫਲੋ ਜਿਹੜਾ ਹੁੰਦਾ ਉਹਦੇ ਵਿੱਚ ਪਾਥ ਦੀ ਵੈਲੋਸਿਟੀ ਹੁੰਦੀਆਂ ਨੇ ਜਿਹੜੀਆਂ ਉਹ ਕੰਟੀਨਿਊਸਲੀ ਚੇਂਜ ਹੁੰਦੀਆਂ ਰਹਿੰਦੀਆਂ ਨੇ। ਮਤਲਬ ਆਪਾਂ ਨੇ ਕੀ ਪੜ੍ਹਿਆ ਸੀ, ਸਟੀਮ ਲਾਈਨ ਫਲੋ ਦੇ ਵਿੱਚ ਪਾਥ ਵੀ ਸੇਮ ਹੁੰਦਾ, ਵੈਲੋਸਿਟੀ ਵੀ ਜਿਹੜੀ ਹੈਗੀ ਆ ਸੇਮ ਹੁੰਦੀ ਹੈ ਕਿਸੇ ਪੁਆਇੰਟ ਦੇ ਉੱਤੇ, ਬਟ ਇਸ ਦੇ ਵਿੱਚ ਕੀ ਹੁੰਦਾ, ਇਹ ਕੰਟੀਨਿਊਸਲੀ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਪੁਆਇੰਟ ਟੂ ਪੁਆਇੰਟ ਚੇਂਜ ਹੁੰਦੀ ਰਹਿੰਦੀ ਆ। ਟਰਬੂਲੈਂਟ ਫਲੋ ਦੇ ਵਿੱਚ ਕੀ ਹੁੰਦਾ, ਮੋਸਟ ਆਫ ਦਾ ਐਕਸਟਰਨਲ ਐਨਰਜੀ ਮੇਨਟੇਨਿੰਗ ਦਾ ਫਲੋ ਇਜ਼ ਸਪੈਂਡ ਇਨ ਪ੍ਰੋਡਿਊਸਿੰਗ ਐਡੀਜ਼ ਇਨ ਦਾ ਲਿਕੁਇਡ।
ਫੋਰ ਐਗਜ਼ਾਮਪਲ ਜਿਹੜੀ ਐਡੀਜ਼ ਹੁੰਦੀਆਂ ਨੇ ਆਰ ਸੀਨ ਬਾਏ ਦਾ ਸਾਈਡਸ ਆਫ ਪਿਲਰ ਆਫ ਏ ਰਿਵਰ ਬ੍ਰਿਜ ਦੇ ਜਿਹੜਾ ਪਾਣੀ ਹੁੰਦਾ ਉਸਨੂੰ ਜਿਹੜੀਆਂ ਹੈਗੀਆਂ ਨੇ ਇਹ ਹੁੰਦੀਆਂ ਨੇ ਐਡੀਜ਼ ਨੇ ਜਿਹੜੀਆਂ ਐਡੀਜ਼ ਆਰ ਸੀਨ ਬਾਏ ਦਾ ਸਾਈਡਸ ਆਫ ਦਾ ਪਿਲਰ ਆਫ ਦਾ ਰਿਵਰ ਬ੍ਰਿਜ ਦੇ ਜਿਹੜੇ ਪਿਲਰਸ ਹੁੰਦੇ ਨੇ ਜਿੱਥੇ ਪਾਣੀ ਫਲੋ ਹੁੰਦਾ ਉਹ ਐਡੀਜ਼ ਕੀ ਕਰਦੀਆਂ ਨੇ ਉਹ ਐਡੀਜ਼ ਦਿਖਾਈ ਦਿੰਦੀਆਂ ਨੇ ਮਤਲਬ ਵੱਡੀਆਂ ਵੱਡੀਆਂ ਆਪਾਂ ਕਹਿ ਸਕਦੇ ਹਾਂ ਲਹਿਰਾਂ ਦਿਖਾਈ ਦਿੰਦੀਆਂ ਨੇ ਉਹ ਕੀ ਹੁੰਦੇ ਨੇ ਜਦੋਂ ਪਾਣੀ ਆਰਡਰਲੀ ਨਹੀਂ ਹੁੰਦਾ ਆਪਣੇ ਇੱਕ ਦੂਜੇ ਨੂੰ ਕ੍ਰੋਸ ਕਰ ਸਕਦੇ ਨੇ ਉਹਦੇ ਪਾਰਟੀਕਲਸ ਤਾਂ ਉਹ ਕੀ ਹੁੰਦਾ ਟਰਬੂਲੈਂਟ ਫਲੋ ਹੋ ਜਾਂਦਾ। ਆਪ ਤੁਸੀਂ ਸਮਝ ਕੇ ਨਾ ਬੱਚੇ ਇਹ 3 ਫਲੋ ਨੇ